ਅਜਾਮਲ ਪਾਪੀ ਦੀ ਸੰਪੂਰਨ ਸਾਖੀ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹਿ ਨਿਸਤਾਰਾ। ਨਾਨਕ ਕਹਿਤ ਚੇਤ ਚਿਤਮਾਨ ਤੈ ਪੀ ਉਤਰੈ ਪਾਰਾ। ਅਜਾਮਲ ਉਧਰਿਆ ਕਹਿ ਏਕ ਬਾਰ। ਅਜਾਮਲ ਪਾਪੀ ਦਾ ਨਾਮ ਗੁਰਬਾਣੀ ਵਿੱਚ ਵਾਰ-ਵਾਰ ਆਉਂਦਾ ਹੈ। ਅਜਾਮਲ ਇੱਕ ਵੱਡਾ ਪਾਪੀ ਹੈ। ਉਸ ਸਮੇਂ ਵਿੱਚ ਮੰਨਿਆ ਗਿਆ ਸੀ। ਉਹ ਕਿਉਂ ਪਾਪੀ ਸੀ, ਉਸਨੇ ਕੀ ਕਸੂਰ ਕੀਤਾ ਸੀ, ਤਿਸ ਪਰ ਥਾਂਏ ਇਉਂ ਕਥਾ ਆਉਂਦੀ ਹੈ। ਅਜਾਮਲ ਇੱਕ ਰਾਜ ਬ੍ਰਾਹਮਣ ਦਾ ਪੁੱਤਰ ਸੀ। ਉਸਦਾ ਬਾਪ ਰਾਜੇ ਕੋਲ ਪ੍ਰੋਹਤ ਵੀ ਸੀ ਤੇ ਵਜ਼ੀਰ ਵੀ ਬੜਾ ਅਕਲ ਵਾਲਾ ਸੀ। ਉਸਦੇ ਸਿਆਣੇ ਹੋਣ ਦੀ ਚਰਚਾ ਸਾਰੇ ਸੀ। ਅਜਾਮਲ ਦੀ ਆਯੂ ਜਦੋਂ 5 ਕੁ ਸਾਲ ਦੀ ਸੀ ਤਾਂ ਉਸਦੇ ਮਾਤਾ-ਪਿਤਾ ਨੇ ਉਸਨੂੰ ਪੜ੍ਹਨੇ ਪਾ ਦਿੱਤਾ। ਉਹ ਜਿਸ ਗੁਰੂ ਕੋਲ ਪੜ੍ਹਨ ਲੱਗਾ ਉਹ ਵੀ ਬੜਾ ਸਿਆਣਾ ਸੀ। ਸਿਆਣੇ ਗੁਰੂ ਨੂੰ ਜਦੋਂ ਸਿਆਣਾ ਵਿਦਿਆਰਥੀ ਮਿਲ ਜਾਏ ਤਾਂ ਉਹ ਬਹੁਤ ਖੁਸ਼ ਹੁੰਦਾ ਹੈ। ਐਸੀ ਹੀ ਹਾਲਤ ਵਿੱਚ ਅਜਾਮਲ ਨੇ ਇੱਕ ਗੁਰੂ ਦੀ ਸੀ। ਉਸਨੇ ਦੇਖਿਆ ਅਜਾਮਲ ਦੀ ਜ਼ਬਾਨ 'ਤੇ ਸਰਸਵਤੀ ਬੈਠੀ ਸੀ। ਜੋ ਸ਼ਬਦ ਉਹ ਪੜ੍ਹਦਾ ਜਾਂ ਸੁਣਦਾ ਉਹ ਕੰਠ ਕਰ ਲੈਂਦਾ। ਉਸਦਾ ਗਲਾ ਰਸੀਲਾ ਸੀ। ਜਦੋਂ ਉਹ ਵੇਦ ਮੰਤਰ ਪੜ੍ਹਦਾ ਤਾਂ ਇੱਕ ਅਨੋਖਾ ਹੀ ਰੰਗ ਬੱਝ ਜਾਂਦਾ। ਬਹੁਤ ਸਿਆਣਾ ਨਿਕਲਿਆ। ਉਸਨੇ 10 ਸਾਲਾਂ ਵਿੱਚ 20 ਸਾਲ ਪੜ੍ਹਨ ਦੀ ਵਿੱਦਿਆ ਪੜ੍ਹ ਲਈ। ਉਸਦੀ ਵਿਦਵਤਾ ਦੀ ਪ੍ਰਸਿੱਧਤਾ ਹੋ ਗਈ, ਐਸੀ ਪ੍ਰਸਿੱਧਤਾ ਕਿ ਵਿਦਵਾਨ ਦਰਸ਼ਨ ਕਰਨ ਆਉਂਦੇ ਸਨ। ਇੱਕ ਦਿਨ ਅਜਾਮਲ ਦੇ ਸਿਆਣੇ ਗੁਰੂ ਨੇ ਆਖਿਆ, ਅਜਾਮਲ, ਅਜੇ ਤੂੰ ਸ਼ੀਸ਼ ਹੈਂ? ਹਾਂ ਗੁਰੂਦੇਵ, ਮੈਂ ਸ਼ੀਸ਼ ਹਾਂ, ਪਰ ਕਿੰਨਾ ਚਿਰ ਸ਼ੀਸ਼ ਰਹਾਂਗਾ? ਕੋਈ 4 ਸਾਲ ਹੋਰ ਲੱਗਣੇ ਹਨ। ਚਾਰੋਂ ਵੇਦ ਤੇ ਉਪਨਿਸ਼ਦ ਸੰਪੂਰਨ ਹੋ ਜਾਣਗੇ। ਜੋ ਆਗਿਆ ਗੁਰੂਦੇਵ। ਉਸਨੇ ਵਿੱਦਿਆ ਗੁਰੂ ਨੇ ਉਹਦੇ ਵੱਲ ਦੇਖਿਆ, ਧਿਆਨ ਨਾਲ ਦੇਖ ਕੇ ਆਖਣ ਲੱਗਾ, ਅਜਾਮਲ, ਜਦੋਂ ਮੇਰੇ ਵੱਲ ਆਵੇਂ ਜਾਂ ਆਪਣੇ ਘਰ ਨੂੰ ਜਾਵੇਂ, ਨਗਰੀ ਤੋਂ ਬਾਹਰ ਆਇਆ ਜਾਇਆ ਕਰ। ਨਗਰੀ ਵਿੱਚ ਕਦੀ ਨਹੀਂ ਵੜਨਾ, ਕਿਉਂਕਿ ਅਜੇ ਤੇਰੇ ਬਸਤਰ ਵਿਦਿਆਰਥੀ ਦੇ ਹਨ। ਗੁਰੂ ਆਗਿਆ ਦਾ ਪਾਲਣ ਕਰਨਾ ਹੋਏਗਾ। ਨਾ ਆਗਿਆ ਦਾ ਪਾਲਣ ਕਰੇਗਾ ਤਾਂ ਦੁੱਖ ਉਠਾਏਗਾ। ਸੁਖੀ ਉਹ ਰਹਿੰਦਾ ਹੈ ਜੋ ਗੁਰੂ ਦਾ ਹੁਕਮ ਮੰਨਦਾ ਹੈ, ਕਿਉਂਕਿ ਗੁਰੂ ਨੂੰ ਹਰ ਪ੍ਰਕਾਰ ਦੇ ਗਿਆਨ ਤੇ ਕਰਮ ਦਾ ਗਿਆਨ ਹੁੰਦਾ ਹੈ। ਹੇ ਗੁਰੂਦੇਵ, ਭਲਾ ਮੈਂ ਇਹ ਪੁੱਛ ਸਕਦਾ ਕਿ ਆਪ ਮੈਨੂੰ ਸ਼ਹਿਰ ਵਿੱਚ ਵੜਨ ਤੋਂ ਕਿਉਂ ਰੋਕਦੇ ਹੋ? ਅਜਾਮਲ ਨੇ ਉੱਤਰ ਦਿੱਤਾ। ਉਸਦਾ ਉੱਤਰ ਸੁਣ ਕੇ ਗੁਰੂ ਚੁੱਪ ਕਰ ਰਿਹਾ। ਸਿਰਫ ਇਹੋ ਕਿਹਾ, ਬਸ ਨਗਰੀ ਤੋਂ ਬਾਹਰੋਂ ਬਾਹਰ ਆਇਆ ਕਰੋ, ਐਸਾ ਹੀ ਕਰਮ ਹੈ। ਅਜਾਮਲ ਨੇ ਗੁਰੂ ਦੀ ਆਗਿਆ ਦਾ ਪਾਲਣ ਕੀਤਾ। ਉਹ ਸ਼ਹਿਰੋਂ ਬਾਹਰ ਹੀ ਬਾਹਰ ਆਉਂਦਾ ਤੇ ਜਾਂਦਾ। ਨਾ ਉਹ ਕਿਸੇ ਨਾਲ ਗੱਲ ਕਰਦਾ ਅਤੇ ਉਸਦੇ ਗੁਰੂ ਨੇ ਉਸਨੂੰ ਸ਼ਹਿਰੋਂ ਵੜਨ ਤੋਂ ਰੋਕਿਆ ਹੈ। ਇਸੇ ਤਰ੍ਹਾਂ ਕੁਝ ਸਾਲ ਬੀਤ ਗਏ। ਉਹ ਵਿੱਦਿਆ ਪੜ੍ਹਦਾ ਰਿਹਾ। ਆਯੂ 20 ਸਾਲ ਦੀ ਹੋ ਗਈ। ਦਰਸ਼ਨੀ ਜਵਾਨ ਨਿਕਲਿਆ। ਨੇਤਰਾਂ ਵਿੱਚ ਡੋਰੇ ਹੋਏ। ਵਿੱਦਿਆ ਸੰਪੂਰਨ ਹੋਣ ਵਾਲੀ ਸੀ। ਉਸਦੇ ਪਿੱਛੋਂ ਗੁਰੂ ਦੀਖਿਆ ਦੇ ਕੇ ਉਸਨੇ ਆਜ਼ਾਦ ਹੋ ਜਾਣਾ ਸੀ। ਪਰ ਇੱਕ ਦਿਨ ਉਸਦੇ ਆਪਣੇ ਮਨ ਨਾਲ ਝੇੜਾ ਹੋ ਪਿਆ। ਉਸਨੇ ਕਿਹਾ, ਗੁਰੂ ਆਗਿਆ ਦਾ ਉਲੰਘਣ ਕਰਕੇ ਨਗਰੀ ਦੇ ਵਿੱਚੋਂ ਦੀ ਜਾਣਾ ਠੀਕ ਹੈ। ਆਖਰ ਇਹ ਤਾਂ ਦੇਖਿਆ ਜਾਏ, ਗੁਰੂ ਰੋਕਦਾ ਕਿਉਂ ਹੈ? ਉਸਦੇ ਇੱਕ ਮਨ ਦੀ ਇਹ ਵੀ ਭਾਖਿਆ ਸੀ, ਅਜਾਮਲ, ਗੁਰੂ ਦੀ ਆਗਿਆ ਭੰਗ ਕਰਨੀ ਨਰਕ ਦਾ ਭਾਗੀ ਹੋਣਾ ਹੈ, ਦੁਖੀ ਹੋਏਗਾ, ਦੇਖੀ ਜਾਏਗੀ। ਅਜਾਮਲ ਨੇ ਦਿਲ ਤਕੜਾ ਕੀਤਾ ਤੇ ਉਹ ਵਿੱਦਿਆ ਗੁਰੂ ਕੋਲੋਂ ਉੱਠ ਕੇ ਉਸ ਰਸਤੇ ਨੂੰ ਛੱਡ ਤੁਰਿਆ ਜਿਸ ਰਸਤੇ ਆਇਆ ਜਾਇਆ ਕਰਦਾ ਸੀ ਅਤੇ ਅਣਡਿੱਠੇ ਰਸਤੇ ਸ਼ਹਿਰ ਵਿੱਚ ਦੀ ਹੋ ਤੁਰਿਆ। ਅਜਾਮਲ ਦੇ ਗੁਰੂ ਨੇ ਉਸਨੂੰ ਇਸ ਕਰਕੇ ਸ਼ਹਿਰ ਦਾਖਲ ਹੋਣੋਂ ਰੋਕਿਆ ਸੀ ਕਿ ਸ਼ਹਿਰ ਵਿੱਚ ਮਾਇਆ ਦਾ ਪਸਾਰਾ ਹੈ। ਧਨ ਤੇ ਰੂਪ ਤੇ ਚਮਤਕਾਰ ਐਸੇ ਹਨ ਜਿਨ੍ਹਾਂ ਵੱਲ ਜਵਾਨ ਦਾ ਮਨ ਛੇਤੀ ਖਿੱਚਿਆ ਜਾਂਦਾ ਹੈ। ਜਵਾਨ ਨੂੰ ਗਿਆਨ ਪੂਰਨ ਨਹੀਂ ਹੁੰਦਾ। ਗੁਰੂ ਦੇ ਆਸ਼ਰਮ ਤੋਂ ਅਗਲਾ ਦਰਵਾਜ਼ਾ ਸਾਰਾ ਹੀ ਵੇਸਵਾ ਨਗਰੀ ਸੀ। ਉਸ ਮੁਹੱਲੇ ਵਿੱਚ ਵੇਸਾਵਾਂ ਬੈਠਦੀਆਂ ਤੇ ਜਵਾਨ ਪੁਰਸ਼ਾਂ ਨੂੰ ਆਪਣੇ ਵੱਸ ਕਰਦੀਆਂ। ਐਸੀ ਹਵਾ ਤੋਂ ਬਚਾਉਣ ਵਾਸਤੇ ਗੁਰੂ ਨੇ ਅਜਾਮਲ ਨੂੰ ਰੋਕਿਆ ਸੀ। ਉਹ ਚਾਹੁੰਦਾ ਸੀ ਕਿ ਬਸ ਇਹ ਰਾਜ ਪੰਡਿਤ ਬਣ ਜਾਏ। ਜਦੋਂ ਵਿਆਹ ਹੋ ਗਿਆ ਤਾਂ ਮੁੜ ਨਹੀਂ ਖਿੱਚਿਆ ਜਾਏਗਾ। ਐਸਾ ਹੀ ਉਸਦਾ ਖਿਆਲ ਸੀ, ਕਿਉਂਕਿ ਗੁਰੂ ਵਾਸਤੇ ਚੇਲਾ ਪੁੱਤਰ ਸਮਾਨ ਹੁੰਦਾ ਹੈ। ਉਸ ਦਾ ਖਿਆਲ ਰੱਖਣਾ ਗੁਰੂ ਦਾ ਫਰਜ਼ ਤੇ ਧਰਮ ਹੈ। ਚੇਲੇ ਜਾਂ ਸ਼ੀਸ਼ ਦਾ ਵੀ ਧਰਮ ਹੈ ਕਿ ਉਹ ਗੁਰੂ ਦੀ ਸੇਵਾ ਕਰੇ, ਉਸਦੀ ਆਗਿਆ ਦਾ ਪਾਲਣ ਕਰੇ। ਅਜਾਮਲ ਗੁਰੂ ਕੋਲੋਂ ਤੁਰਨ ਲੱਗਾ। ਗੁਰੂ ਨੇ ਯਾਦ ਕਰਾਇਆ, ਅਜਾਮਲ, ਸ਼ਹਿਰੋਂ ਬਾਹਰ ਜਾਈਂ। ਬਹੁਤ ਚੰਗਾ ਗੁਰੂਦੇਵ, ਆਖ ਕੇ ਅਜਾਮਲ ਤੁਰ ਪਿਆ। ਪਰ ਆਸ਼ਰਮ ਵਿੱਚੋਂ ਨਿਕਲ ਕੇ ਉਹ ਨਗਰੀ ਦੇ ਅੰਦਰਲੇ ਦਰਵਾਜ਼ੇ ਵੱਲ ਹੋ ਤੁਰਿਆ। ਉਹ ਜਿਉਂ ਹੀ ਦਰਵਾਜ਼ੇ ਦੇ ਅੰਦਰ ਹੋਇਆ, ਤਿਉਂ ਹੀ ਉਸ ਨਗਰੀ ਦੀ ਮਹਿਮਾ ਉੱਭਰੀ ਤੇ ਅਨੋਖੀ ਲੱਗੀ। ਰੰਗ ਰੀਲਾ ਰੌਣਕ ਸੀ। ਸਭ ਤੋਂ ਵੱਧ ਗੱਲ ਇਹ ਸੀ ਕਿ ਸੁੰਦਰ ਨਾਰੀਆਂ ਹਾਵ-ਭਾਵ ਕਰਦੀਆਂ ਹੋਈਆਂ ਇੱਧਰ-ਉੱਧਰ ਫਿਰਦੀਆਂ ਮਰਦਾਂ ਨਾਲ ਗੱਲਾਂ ਕਰਦੀਆਂ ਸਨ। ਉਹਨਾਂ ਦੇ ਰੂਪ ਬਹੁਤ ਸੁੰਦਰ ਸਨ। ਨਰਗਸ ਵਰਗੇ ਨੈਣ, ਉਹਨਾਂ ਦੇ ਅੱਧ-ਨੰਗੇ ਤਨ ਗੁਲਾਬ ਦੀਆਂ ਪੱਤੀਆਂ ਵਾਂਗ ਲਿਸ਼ਕਦੇ ਸਨ। ਉਹ ਸੋਭਾ ਵਾਲੀਆਂ ਸਨ। ਉਹਨਾਂ ਸੁੰਦਰ ਇਸਤਰੀਆਂ ਵੱਲ ਤੱਕਦਾ ਹੋਇਆ ਅਜਾਮਲ ਆਪਣੇ ਘਰ ਨੂੰ ਚਲਿਆ ਗਿਆ। ਘਰ ਜਾ ਕੇ ਉਹਦਾ ਮਨ ਪੜ੍ਹਨ ਤੇ ਪਾਠ ਕੰਠ ਕਰਨ ਵੱਲ ਨਾ ਲੱਗਾ। ਉਹ ਤਾਂ ਉਚਾਟ ਹੋ ਗਿਆ ਤੇ ਕੁਝ ਦੇਖਿਆ ਸੀ ਉਹੀ ਸਾਹਮਣੇ ਘੁੰਮਣ ਲੱਗਾ। ਰਾਤ ਸੁੱਤਾ, ਨੀਂਦ ਆਈ। ਉਹ ਸੁਪਨੇ ਆਉਂਦੇ ਰਹੇ, ਅੱਖਾਂ ਵਿੱਚ ਨੀਂਦ। ਸਵੇਰੇ ਉੱਠਿਆ, ਇਸ਼ਨਾਨ ਕੀਤਾ। ਜਦੋਂ ਗੁਰੂ ਕੋਲ ਪੁੱਜਾ ਤਾਂ ਗੁਰੂ ਨੇ ਉਸਦੀਆਂ ਅੱਖਾਂ ਲਾਲ ਦੇਖੀਆਂ। ਅਜਾਮਲ, ਰਾਤ ਸੁੱਤਾ ਨਹੀਂ? ਕੀ ਗੱਲ? ਸੁੱਤਾ ਸਾਂ ਗੁਰੂਦੇਵ। ਅੱਖਾਂ ਲਾਲ ਕਿਉਂ ਹਨ ਤੇ ਮਨ ਉਚਾਟ? ਪਤਾ ਨਹੀਂ ਗੁਰੂਦੇਵ।
ਨਗਰੀ ਤੋਂ ਬਾਰ-ਬਾਰ ਗਿਆ ਸੀ ਤੇ ਬਾਰ-ਬਾਰ ਆਇਆ ਸੀ। ਅਜਾਮਲ ਨੇ ਪਹਿਲਾਂ ਤਾਂ ਗੁਰੂ ਦੀ ਆਗਿਆ ਨੂੰ ਭੰਗ ਕੀਤਾ ਤੇ ਪਿੱਛੋਂ ਦੂਸਰੀ ਮਹਾਨ ਭੁੱਲ ਕੀਤੀ ਕਿ ਝੂਠ ਬੋਲ ਦਿੱਤਾ। ਉਸਨੇ ਝੂਠ ਬੋਲਦਿਆਂ ਹੋਇਆਂ ਕਿਹਾ, ਗੁਰਦੇਵ ਬਾਰ-ਬਾਰ ਗਿਆ ਸਾਂ, ਝੂਠ ਬੋਲਿਆ। ਉਸਦੀ ਆਤਮਾ ਕੰਬੀ ਪਰ ਝੂਠ ਬੋਲ ਬੈਠਾ। ਉਸ ਦਿਨ ਪੜ੍ਹਨ ਵਿੱਚ ਮਨ ਨਾ ਲੱਗਾ। 2 ਦੋਸ਼ ਹੋ ਗਏ। ਉਹਨਾਂ ਦਾ ਵੀ ਨਿਰਮਲ ਮਨ ਤੇ ਭਾਰ ਪਿਆ। ਦੂਸਰਾ, ਅੱਖਾਂ ਦੇ ਅੱਗੇ ਨਗਰੀ ਦੇ ਨਜ਼ਾਰੇ ਸਨ। ਉਹ ਪਾਠ ਨੂੰ ਪੜ੍ਹਨ ਨਹੀਂ ਸਨ ਦਿੰਦੇ। ਜਿਵੇਂ-ਕਿਵੇਂ ਉਸਨੇ ਸਮਾਂ ਬਤੀਤ ਕੀਤਾ। ਜਦੋਂ ਛੁੱਟੀ ਮਿਲੀ ਤਾਂ ਮੁੜ ਉਸ ਨਗਰੀ ਦੇ ਰਸਤੇ ਤੁਰ ਪਿਆ। ਉਸ ਨਗਰੀ ਦੀ ਵਾਸ਼ਨਾ ਭਰੀ ਮਹਿਮਾ ਦੇਖਦਾ ਰਿਹਾ। ਦੇਖਦੇ-ਦੇਖਦੇ ਘਰ ਚਲਿਆ ਗਿਆ। ਇਸ ਤਰ੍ਹਾਂ 10-12 ਦਿਨ ਬਤੀਤ ਹੋ ਗਏ। ਉਹ ਜਾਂਦਾ ਰਿਹਾ ਤੇ ਆਉਂਦਾ ਰਿਹਾ। ਨਾਰੀ ਰੂਪ ਲੀਲਾ ਨੇ ਉਸਦੇ ਜਵਾਨ ਮਨ ਉੱਤੇ ਅਸਰ ਕਰ ਦਿੱਤਾ। ਜਾਦੂ ਵਰਗਾ ਅਸਰ ਤੇ ਉਸਦਾ ਮਨ ਡੋਲਣ ਲੱਗਾ। ਜਦੋਂ ਮਨ ਡੋਲ ਜਾਏ ਤਾਂ ਬੰਦਾ ਛੇਤੀ ਸ਼ਿਕਾਰੀ ਬਣ ਜਾਂਦਾ ਹੈ। ਇੱਕ ਦਿਨ ਇੱਕ ਰੂਪਵਤੀ, ਅਜੇ ਚੜ੍ਹਦੀ ਜਵਾਨੀ, 16-17 ਸਾਲ ਦੀ ਆਯੂ ਵਾਲੀ ਵੇਸਵਾ ਨੇ ਉਸਦੀ ਬਾਂਹ ਫੜ ਲਈ। ਉਸਨੂੰ ਜਾਲ ਵਿੱਚ ਫਸਾ ਕੇ ਪਾਪ ਕਰਮ ਵੱਲ ਲਾ ਲਿਆ। ਉਹ ਬਹੁਤ ਚਿਰ ਉਸਦੇ ਕੋਲ ਬੈਠਾ ਰਿਹਾ। ਭੋਗ ਵਿਲਾਸ ਵਿੱਚ ਰੁਕ ਗਿਆ ਤੇ ਘਰ ਆ ਗਿਆ। ਘਰ ਹੋਰ ਦਾ ਹੋਰ ਲੱਗਾ। ਉਸਨੂੰ ਨੀਂਦ ਨਾ ਆਈ। ਸਵੇਰੇ ਵਿੱਦਿਆ ਪੜ੍ਹਨ ਵਾਸਤੇ ਗੁਰੂ ਆਸ਼ਰਮ ਵਿੱਚ ਵੇਲੇ ਸਿਰ ਨਾ ਪੜ੍ਹ ਸਕਿਆ। ਪਹਿਲਾਂ ਅਜਾਮਲ ਨੇ 2 ਦੋਸ਼ ਕੀਤੇ ਸਨ। ਇੱਕ ਗੁਰੂ ਦੀ ਆਗਿਆ ਦਾ ਭੰਗ ਕਰਨਾ ਤੇ ਦੂਜਾ ਝੂਠ ਬੋਲਣਾ। ਉਸਨੇ 2 ਪਾਪ ਕਰ ਦਿੱਤੇ। ਇੱਕ ਝੂਠ ਖਾਣੀ ਤੇ ਪਰ-ਨਾਰੀ ਗਮਨ ਕਰਨਾ। ਕਾਂ ਵਾਸ਼ਨਾ ਵੱਲ ਵੱਧ ਗਿਆ। ਵੇਸਵਾ ਦਾ ਝੂਠਾ ਭੋਜਨ ਉਸਨੇ ਖਾ ਲਿਆ। ਦੋਹਾਂ ਹੀ ਮਹਾਨ ਦੋਸ਼ਾਂ ਨੇ ਉਸਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ। ਉਹ ਗੁਰੂ ਕੋਲ ਜਾਂਦਾ ਪਰ ਪਾਠ ਨਾ ਹੁੰਦਾ, ਮਨ ਨਾ ਲੱਗਾ। ਸਿਆਣਾ ਵਿੱਦਿਆ ਗੁਰੂ ਸਭ ਕੁਝ ਭਾਵੇਂ ਜਾਣ ਗਿਆ ਪਰ ਮਨ ਦੀ ਤਸੱਲੀ ਕਰਨ ਲਈ ਇੱਕ ਦਿਨ ਆਪਣੇ ਸ਼ੀਸ਼ ਅਜਾਮਲ ਦੇ ਪਿੱਛੇ-ਪਿੱਛੇ ਚਲਿਆ ਗਿਆ। ਉਸਨੇ ਆਪਣੀਆਂ ਅੱਖਾਂ ਨਾਲ ਦੇਖ ਲਿਆ। ਓਨਾ ਚੇਲਾ ਵੇਸਵਾ ਦੇ ਅੰਦਰ ਜਾ ਵੜਿਆ। ਉਹ ਪਿੱਛੇ ਮੁੜ ਆਇਆ ਤੇ ਬੜਾ ਬੇਚੈਨ ਰਿਹਾ। ਅਗਲੇ ਦਿਨ ਅਜਾਮਲ ਆਇਆ ਤਾਂ ਉਸਨੇ ਆਖਿਆ, ਅਜਾਮਲ ਜਾਓ, ਤੁਸਾਂ ਜੋ ਪੜ੍ਹਨਾ ਸੀ ਪੜ੍ਹ ਲਿਆ। ਇਹ ਆਖ ਕੇ ਅਜਾਮਲ ਨੂੰ ਤੋਰ ਦਿੱਤਾ ਤੇ ਉਸਦੇ ਬਾਪ ਨੂੰ ਸੱਦ ਕੇ ਆਖਿਆ, ਅਜਾਮਲ ਦਾ ਵਿਆਹ ਕਰ ਦਿਓ, ਇਸਦਾ ਕੁਆਰਾ ਰਹਿਣਾ ਯੋਗ ਨਹੀਂ। ਅਜਾਮਲ ਦਾ ਬਾਪ ਰਾਜ ਪੰਡਿਤ ਸੀ। ਰਾਜ ਪੰਡਿਤ ਹੋਣ ਕਰਕੇ ਉਸਨੂੰ ਕੋਈ ਵੀ ਔਖੀ ਗੱਲ ਨਹੀਂ ਸੀ ਵਿਆਹ ਕਰਨਾ। ਉਸਨੇ ਝਟਪਟ ਹੀ ਥੋੜ੍ਹੇ ਦਿਨਾਂ ਵਿੱਚ ਪ੍ਰਬੰਧ ਕਰਕੇ ਅਜਾਮਲ ਦਾ ਵਿਆਹ ਕਰ ਦਿੱਤਾ। ਅਜਾਮਲ ਦਾ ਵਿਆਹ ਹੋ ਗਿਆ। ਘਰ ਸੁੰਦਰ, ਗੁਣਵੰਤੀ ਤੇ ਜਵਾਨ ਇਸਤਰੀ ਆ ਗਈ। ਪਰ ਅਜਾਮਲ ਦਾ ਮਨ ਚੰਚਲ ਹੀ ਰਿਹਾ। ਉਹ ਘਰ ਦੀ ਇਸਤਰੀ ਕੋਲੋਂ ਨਾ ਤ੍ਰਿਪਤਿਆ ਵੇਸਵਾ ਦੇ ਦੁਆਰੇ ਜਾਂਦਾ ਹੀ ਰਿਹਾ। ਹੌਲੀ-ਹੌਲੀ ਉਸਦਾ ਵੇਸਵਾ ਕੋਲ ਜਾਣਾ ਲੁਕ ਨਾ ਸਕਿਆ। ਉਹ ਪ੍ਰਗਟ ਹੋ ਹੀ ਗਿਆ। ਉਸਦੀ ਧਰਮ ਪਤਨੀ ਨੇ ਬੜਾ ਯਤਨ ਕੀਤਾ ਕਿ ਉਹ ਉਸ ਕੋਲ ਹੀ ਰਹੇ। 16 ਸ਼ਿੰਗਾਰ ਵੀ ਕੀਤੇ। ਵੇਸਵਾ ਦੀ ਝੂਠ ਤੇ ਸ਼ਰਾਬ ਨੇ ਉਸਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ। ਉਹ ਸਤਵੰਤੀ ਨਾਰੀ ਯਤਨ ਕਰਕੇ ਹਾਰ ਥੱਕੀ। ਅਜਾਮਲ ਦਾ ਬਾਪ ਪਰਲੋਕ ਗਮਨ ਕਰ ਗਿਆ। ਉਸਦੇ ਪਿੱਛੋਂ ਰਾਜੇ ਨੇ ਅਜਾਮਲ ਨੂੰ ਰਾਜ ਪੰਡਿਤ ਬਣਾ ਦਿੱਤਾ। ਰਾਜ ਪੰਡਿਤ ਬਣ ਜਾਣ ਤੇ ਉਸਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ। ਉਹ ਧਰਮ, ਸਮਾਜ ਤੇ ਰਾਜ ਦਾ ਆਗੂ ਬਣ ਗਿਆ। ਦੌਲਤ ਆ ਹੀ ਗਈ। ਕਿਸੇ ਗੱਲ ਦੀ ਕਮੀ ਨਾ ਰਹੀ। ਤਾਂ ਵੀ ਉਸਨੇ ਨਾ ਸੋਚਿਆ। ਉਹ ਸੋਚਦਾ ਵੀ ਕਿਵੇਂ? 5 ਦੋਸ਼ ਉਸਦੇ ਪਿੱਛੇ ਲੱਗ ਪਏ ਸਨ। ਗੁਰੂ ਦੀ ਆਗਿਆ ਦਾ ਭੰਗ ਕਰਨਾ, ਝੂਠ ਬੋਲਣਾ, ਝੂਠ ਖਾਣੀ ਤੇ ਮਦਰਾ ਪੀਣਾ। 5ਵਾਂ ਮਹਾਨ ਦੋਸ਼ ਪਾਪ ਵੇਸਵਾ ਗਮਨ ਸੀ। ਉਸਨੇ ਉੱਚ ਪਦਵੀ ਮਿਲਣ ਤੇ ਹੀ ਵੇਸਵਾ ਦੇ ਜਾਣਾ ਨਾ ਛੱਡਿਆ। ਸ਼ਹਿਰ ਵਿੱਚ ਆਮ ਚਰਚਾ ਹੋਣ ਲੱਗ ਪਈ। ਜੋ ਗੱਲ ਮੁੱਕੀ ਸੀ ਉਹ ਪ੍ਰਗਟ ਹੋ ਗਈ। ਪ੍ਰਗਟ ਵੀ ਹੋਈ ਸੂਰਜ ਦੇ ਚੜ੍ਹਨ ਵਾਂਗ। ਉਸਦਾ ਪਾਪਾਂ ਦੀ ਪੁਤਲੀ ਮਾਇਆ ਰੂਪ ਧਾਰਨ ਕਰ ਬੈਠੀ ਸੀ। ਇੱਕ ਦਿਨ ਅਜਾਮਲ ਨੂੰ ਰਾਜੇ ਨੇ ਆਪਣੇ ਪਾਸ ਸੱਦਿਆ ਤੇ ਪੁੱਛਿਆ, ਅਜਾਮਲ, ਤੁਸੀਂ ਰਾਜ ਪੰਡਿਤ ਹੋ? ਹਾਂ ਮਹਾਰਾਜ, ਅਜਾਮਲ ਨੇ ਉੱਤਰ ਦਿੱਤਾ। ਤੁਸਾਂ ਵਿਰੁੱਧ ਇੱਕ ਦੋਸ਼ ਲੱਗਾ ਹੈ। ਕੀ ਦੋਸ਼ ਲੱਗਾ ਹੈ? ਤੁਸੀਂ ਕਲਵੰਤੀ ਵੇਸਵਾ ਦੇ ਕੋਲ ਜਾਂਦੇ ਹੋ, ਮਦਰਾ ਪੀਂਦੀ ਤੇ ਰੰਗ ਰਲੀਆਂ ਮਾਣਦੇ ਹੋ। ਸੱਚ ਹੈ ਮਹਾਰਾਜ, ਇਸ ਵਿੱਚ ਰੱਤਾ ਝੂਠ ਨਹੀਂ। ਮੈਂ ਕਲਾਵੰਤੀ ਕੋਲ ਜਾਂਦਾ ਹਾਂ, ਉਸ ਨਾਲ ਮੇਰਾ ਪਿਆਰ ਹੈ। ਪਰ ਇਹ ਵੀ ਪਤਾ ਹੈ ਕਿ ਰਾਜ ਪੰਡਿਤ ਐਸਾ ਕੋਈ ਕਰਮ ਨਹੀਂ ਕਰ ਸਕਦਾ। ਜੇ ਰਾਜ ਅੰਦਰ ਬਦਨਾਮੀ ਦਾ ਕਾਰਨ ਬਣੇ ਤਾਂ ਪ੍ਰਜਾ ਤੇ ਬੁਰਾ ਅਸਰ ਪਵੇਗਾ। ਪਤਾ ਹੈ ਮਹਾਰਾਜ। ਫਿਰ ਕਿਉਂ ਜਾਂਦੇ ਹੋ? ਤੁਸੀਂ ਆਪਣੀ ਬਦਨਾਮੀ ਆਪ ਨਹੀਂ ਸੁਣੀ? ਸੁਣੀ ਹੈ, ਪਰ ਮੈਂ ਮਜਬੂਰ ਹਾਂ। ਮੈਂ ਕਲਾਵੰਤੀ ਨੂੰ ਛੱਡ ਨਹੀਂ ਸਕਦਾ। ਉਸਦੇ ਰੂਹ ਨੇ ਮੋਹਿਆ ਹੈ। ਅਜਾਮਲ ਹੋਰ ਅੱਗੇ ਵਧ ਗਿਆ। ਉਹ ਨਿਰਲੱਜ ਵੀ ਹੋ ਗਿਆ, ਕਿਉਂਕਿ ਜਿਸ ਕੋਲ ਨਿਰਲੱਜਤਾ ਆ ਜਾਏ ਉਸ ਕੋਲ ਹੋਰ ਕੁਝ ਪੱਲੇ ਨਹੀਂ ਰਹਿੰਦਾ। ਨਿਰਲੱਜਤਾ ਸਭ ਤੋਂ ਮਹਾਨ ਦੋਸ਼ ਜਾਂ ਪਾਪ ਹੈ। ਰਾਜਾ ਸਿਆਣਾ ਸੀ। ਉਸਦੀ ਉਮਰ ਅਜਾਮਲ ਦੇ ਬਾਪ ਜਿੰਨੀ ਸੀ। ਉਹ ਜਾਣ ਗਿਆ ਕਿ ਉਸਦਾ ਰਾਜ ਪੰਡਿਤ ਪਾਪਾਂ ਦਾ ਭਾਗੀ ਬਣ ਗਿਆ ਹੈ। ਪਾਪ ਇਸਨੂੰ ਚੰਗੇ ਲੱਗ ਰਹੇ ਹਨ। ਉਸਨੇ ਅਜਾਮਲ ਨੂੰ ਕਿਹਾ, ਜੇ ਤੁਸਾਂ ਦੀ ਗੱਲ ਠੀਕ ਹੈ ਕਿ ਉਹ ਹੁਣ ਤੁਸਾਂ ਦਾ ਪਤੀ ਮੰਨ ਬੈਠੀ ਹੈ ਤਾਂ ਉਸਨੂੰ ਘਰ ਲੈ ਆਓ। ਘਰ ਰਹੇਗੀ ਤਾਂ ਲੋਕਾਂ ਨੂੰ ਪਤਾ ਨਹੀਂ ਲੱਗੇਗਾ। ਜਿੰਨਾ ਚਿਰ ਉਹ ਵੇਸਵਾ ਪਹਿਲੇ ਹੈ, ਓਨਾ ਚਿਰ ਵੇਸਵਾ ਹੈ। ਕਰਮ ਕਰਨਾ ਵੀ ਥਾਂ ਦੀ ਜਾਚਨਾ ਕਰਦਾ ਹੈ।
ਥਾਂ ਸਿਰ ਹੀ ਕਈ ਚੀਜ਼ਾਂ ਸ਼ੋਭਦੀਆਂ ਹਨ। ਆਮ ਰਾਜ ਪੰਡਿਤ ਹੈ, ਰਾਜ ਪੰਡਿਤ ਨੂੰ ਸ਼ੋਭਾ ਨਹੀਂ ਦਿੰਦਾ ਉਹ ਵੇਸਵਾ ਦੇ ਬਾਜ਼ਾਰ ਵਿੱਚ ਜਾਏ। ਉਸਨੂੰ ਘਰ ਨਹੀਂ ਲਿਆ ਸਕਦਾ, ਨਾ ਛੱਡ ਸਕਦਾ। ਜਾਮਲ ਨੇ ਫੈਸਲਾ ਕੀਤਾ। ਇੱਕ ਪੱਕਾ ਫੈਸਲਾ ਹੈ? ਰਾਜੇ ਨੇ ਪੁੱਛਿਆ। ਹਾਂ ਜੀ, ਪੱਕਾ। ਸੋਚ ਲਿਆ ਹੈ? ਜੀ, ਸੋਚ ਲਿਆ ਹੈ। ਦੇਖੋ ਜਾਮਲ, ਅੱਜ ਤੋਂ ਨਹੀਂ, ਹੁਣੇ ਤੋਂ ਤੂੰ ਰਾਜ ਪੰਡਿਤ ਨਹੀਂ ਰਿਹਾ। ਖਾਮੀਆਂ ਇਹ ਹਨ: ਗੁਰੂ ਦੀ ਆਗਿਆ ਭੰਗ ਕੀਤੀ, ਝੂਠ ਬੋਲਿਆ, ਝੂਠ ਖਾਧੀ, ਵੇਸਵਾ, ਗਵਨ, ਸ਼ਰਾਬ ਪੀਤੀ ਤੇ ਨਿਰਲੱਜਤਾ ਨਾਲ ਮੰਦ ਕਰਮਾਂ ਤੋਂ ਰੁਕਣ ਦੀ ਨਾਂਹ ਕੀਤੀ। ਐਨੇ ਦੋਸ਼ ਹੁੰਦਿਆਂ ਹੋਇਆਂ ਤੁਸੀਂ ਰਾਜ ਪੰਡਿਤ ਰਹਿਣ ਦੇ ਅਧਿਕਾਰੀ ਨਹੀਂ। ਤੁਸਾਂ ਨੂੰ ਸ਼ਹਿਰੋਂ ਬਾਹਰ ਰਹਿਣਾ ਪਵੇਗਾ। ਸਾਰੀ ਜਾਇਦਾਦ ਤੇ ਰਾਜ ਮਹਿਲ ਜੋ ਤੁਸਾਂ ਕੋਲ ਹੈ, ਉਹ ਤੁਸਾਂ ਦੀ ਪਤਨੀ ਤੇ ਉਸਦੇ ਬੱਚੇ ਨੂੰ ਦੇ ਦਿੱਤਾ ਜਾਂਦਾ ਹੈ। ਅੱਗੇ ਤੋਂ ਸ਼ਹਿਰ ਵਿੱਚ ਨਹੀਂ ਵੜਨਾ ਹੋਏਗਾ। ਕਲਾਵੰਤੀ ਨੂੰ ਵੀ ਸ਼ਹਿਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਬਸ ਇਹ ਹੁਕਮ ਹੈ, ਕੋਈ ਅਪੀਲ ਨਾ, ਕੋਈ ਵਸੀਲਾ। ਜਾਓ। ਰਾਜੇ ਦੇ ਹੁਕਮ ਨੂੰ ਸੁਣ ਕੇ ਰਾਜ ਦਰਬਾਰੀ ਤੇ ਅਹਲਕਾਰ ਸਭ ਘਬਰਾ ਗਏ, ਪਰ ਅਜਾਮਲ ਉੱਤੇ ਕੋਈ ਅਸਰ ਨਾ ਹੋਇਆ। ਉਸ ਵੇਲੇ ਰਾਜਦੂਤਾਂ ਨੇ ਅਜਾਮਲ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਉਸਨੂੰ ਸ਼ਹਿਰੋਂ ਬਾਹਰ ਕੱਢਣ ਦਾ ਹੁਕਮ ਹੋ ਗਿਆ। ਅਜਾਮਲ ਦੀ ਇਸਤਰੀ ਨੇ ਜਦੋਂ ਹੁਕਮ ਸੁਣਿਆ ਤਾਂ ਉਹ ਵੀ ਬਹੁਤ ਦੁਖੀ ਹੋਈ, ਪਰ ਰਾਜੇ ਦਾ ਹੁਕਮ ਟਾਲਣਾ ਵੀ ਔਖਾ ਹੈ। ਨਗਰ ਵਾਸੀ ਵੀ ਹੈਰਾਨ ਹੋਏ, ਪਰ ਅਜਾਮਲ ਨੂੰ ਕੋਈ ਨਾ ਰੋਕ ਸਕਿਆ। ਅਜਾਮਲ ਨੇ ਕਲਾਵੰਤੀ ਨਾਲ ਲੈ ਕੇ ਸ਼ਹਿਰੋਂ ਬਾਹਰ ਜਾ ਛੰਨ ਪਈ। ਕਲਾਵੰਤੀ ਦਾ ਸਾਰਾ ਸਮਾਨ ਉੱਥੇ ਗਿਆ। ਗਰੀਬਾਂ ਤੇ ਛੂਤਾਂ ਵਿੱਚ ਜਾ ਵਸੇ। ਰਾਤ ਦਿਨੇ ਭੇਗ ਵਿਲਾਸ ਕਰਕੇ ਖਚਿਤ ਹੋ ਗਏ ਤੇ 4 ਬੱਚੇ ਹੋ ਗਏ। ਉਹਨਾਂ ਬੱਚਿਆਂ ਲਈ ਅੰਨ ਕੱਪੜੇ ਦੀ ਲੋੜ ਸੀ। ਰਾਜੇ ਦਾ ਹੁਕਮ ਸੀ ਕੋਈ ਮਦਦ ਨਾ ਕਰੇ। ਸਾਰੇ ਉਸਨੂੰ ਅਜਾਮਲ ਪਾਪੀ ਆਖਣ ਲੱਗੇ ਅਤੇ ਉਹ ਚਿੜੀਆਂ ਪੰਛੀ ਮਾਰ ਕੇ ਖਾਣ ਲੱਗੇ। ਨੰਗੇ ਰਹਿਣ ਲੱਗੇ। ਹਾਲਾਤ ਇੰਨੇ ਭੈੜੇ ਹੋ ਗਏ ਕਿ ਉਹ ਪਾਗਲਾਂ ਵਾਂਗ ਖਿੱਝਦੇ ਲੋਕਾਂ ਦੇ ਗਲ ਪੈਣ ਲੱਗਾ। ਸਰੀਰ ਰੋਗੀ ਹੋ ਗਿਆ, ਐਸਾ ਰੋਗੀ ਕਿ ਜੀਵਨ ਦੀ ਆਸ਼ਾ ਘਟ ਗਈ। ਜਦੋਂ ਸਰੀਰ ਐਸਾ ਹੋਇਆ, ਉਸ ਤੋਂ ਪਹਿਲਾਂ ਉਸਦੇ 7 ਪੁੱਤਰ ਹੋ ਗਏ। 7ਵੇਂ ਪੁੱਤਰ ਦਾ ਨਾਮ ਨਾਰਾਇਣ ਰੱਖਿਆ। ਜਿਵੇਂ ਭਾਈ ਗੁਰਦਾਸ ਸਾਹਿਬ ਫਰਮਾਉਂਦੇ ਹਨ, ਪਤਿਤ ਅਜਾਮਲ ਪਾਪ ਕਰ ਜਾਏ, ਕਲਾਵੰਤਨੀ ਦੇ ਰਿਹਾ। ਉਸਨੇ 7ਵੇਂ ਪੁੱਤਰ ਦਾ ਨਾਂ ਨਾਰਾਇਣ ਰੱਖ ਲਿਆ। ਦੁਖੀ ਹੋਣ ਲੱਗਾ। ਉਹ ਪਾਪਾਂ ਤੇ ਦੁੱਖਾਂ ਦਾ ਇੱਕ ਪੁਤਲਾ ਬਣ ਗਿਆ। ਉਹ ਸਵੇਰੇ ਜੰਗਲ ਨੂੰ ਚਲਿਆ ਜਾਂਦਾ ਤੇ ਸ਼ਾਮ ਨੂੰ ਸ਼ਿਕਾਰ ਕਰਕੇ ਮੁੜ ਆਉਂਦਾ। ਕਲਾਵੰਤੀ ਵੀ ਹੁਣ ਇੱਕ ਭਾਰੀ ਗ੍ਰਹਿਸਥਹੀਣ ਸੀ। 7 ਬੱਚਿਆਂ ਦੀ ਮਾਂ ਸੀ ਅਤੇ ਰੂਪ ਢਲ ਗਿਆ ਸੀ। ਉਹ ਦੁਖੀ ਹੋਣ ਲੱਗੀ। ਇਸਤਰੀ ਪੁਰਸ਼ ਦਾ ਇਹ ਸੁਭਾਅ ਹੈ, ਜਦੋਂ ਦੁੱਖ ਕਸ਼ਟ ਤਨ ਨੂੰ ਆਏ ਤਾਂ ਭਗਵਾਨ ਜਾਂ ਨੇਕੀ ਯਾਦ ਆਉਂਦੀ ਹੈ। ਕਲਾਵੰਤੀ ਨੂੰ ਪਛਤਾਵਾ ਹੋਣ ਲੱਗਾ ਕਿ ਉਸਨੇ ਇੱਕ ਊਚ ਬ੍ਰਾਹਮਣ ਦਾ ਜੀਵਨ ਨਸ਼ਟ ਕਰ ਦਿੱਤਾ ਹੈ ਤੇ ਆਪਣਾ ਵੀ। ਪਾਪਣ ਬਣੀ। ਜੇ ਰਾਜੇ ਪਾਸੋਂ ਖਿਮਾ ਮੰਗ ਲੈਂਦੀ ਤਾਂ ਇੰਨਾ ਕਸ਼ਟ ਨਾ ਪਾਉਂਦੀ। ਝੁੱਗੀ ਕੋਲੋਂ ਲੰਘਦੇ ਸਾਧੂ ਸੰਤਾਂ ਨਾਲ ਤੱਕਦੀ ਰਹਿੰਦੀ। ਇੱਕ ਦਿਨ ਦੇਵਨੇਤ ਨਾਲ ਐਸਾ ਸਬੱਬ ਬਣਿਆ ਕਿ 2 ਸਾਧੂ ਉਸਦੀ ਝੁੱਗੀ ਕੋਲ ਠਹਿਰ ਗਏ। ਉਹ ਮਹਾਂਪੁਰਖ ਸਿਆਣੇ ਸਨ, ਭਗਵਾਨ ਰੂਪ, ਪਰ ਕਲਾਵੰਤੀ ਕੋਲ ਕੁਝ ਨਹੀਂ ਸੀ ਜੋ ਉਸਨੂੰ ਖਾਣ ਵਾਸਤੇ ਦਿੰਦੀ। ਉਹ ਵੈਸ਼ਨੂੰ ਸਾਧੂ ਸਨ। ਅਜਾਮਲ ਸ਼ਾਮ ਨੂੰ ਆਇਆ। ਉਹ ਚਿੜੀਆਂ ਤੇ ਬਟੇਰੇ, ਕਬੂਤਰ ਆਦਿਕ ਮਾਰ ਕੇ ਲਿਆਇਆ ਤਾਂ ਕਲਾਵੰਤੀ ਨੇ ਉਸ ਦਿਨ ਬਣਾਉਣ ਨਾ ਦਿੱਤੇ। ਉਸਨੇ ਆਖਿਆ, ਹੇ ਪਤੀਦੇਵ, ਅੱਗੇ ਹੀ ਪਤਾ ਨਹੀਂ ਕਿਸ ਕੁਕਰਮ ਬਦਲੇ ਇਹ ਦਸ਼ਾ ਹੋਈ ਹੈ। ਅਸਾਂ ਨੂੰ ਅੱਜ ਮਾਸ ਨਹੀਂ ਭੁੰਨਣਾ ਚਾਹੀਦਾ। ਸਾਧੂ ਵੈਸ਼ਨੂੰ ਹਨ। ਹੋ ਸਕਦਾ ਹੈ ਕਿ ਕੋਈ ਚੰਗਾ ਵਚਨ ਕਰ ਜਾਣ ਜਾਂ ਸਾਡੇ ਜੀਵਨ ਵਿੱਚ ਕੋਈ ਸੁੱਖ ਦੀ ਘੜੀ ਆ ਜਾਏ। ਸੁਣਿਆ ਹੈ ਸਾਧੂ ਭਗਵਾਨ ਦੇ ਭਗਤ ਹੁੰਦੇ ਹਨ। ਅਜਾਮਲ, ਹੈ ਪਿਆਰੀ, ਬਾਤ ਤਾਂ ਤੇਰੀ ਠੀਕ ਹੈ, ਪਰ ਅਸੀਂ ਕੀ ਖਾਈਏ ਤੇ ਇਹਨਾਂ ਨੂੰ ਕੀ ਦੇਈਏ? ਮਹਿਮਾਨ ਹਨ। ਘਰ ਆਏ ਅਤਿਥੀ ਨੂੰ ਭੋਜਨ ਨਾ ਦੇਣਾ ਵੀ ਤਾਂ ਘੋਰ ਪਾਪ ਹੈ। ਕੁਲਵੰਤੀ ਨੇ ਕਿਹਾ, ਇਹ ਗੱਲ ਵੀ ਠੀਕ ਹੈ। ਇਹਨਾਂ ਨੂੰ ਕੀ ਖਾਣ ਨੂੰ ਦੇਈਏ? ਹਾਂ, ਕੁਝ ਦਾਣੇ ਹਨ ਭੁੱਜੇ ਹੋਏ ਤੇ ਗੁੜ ਹੈ, ਉਹ ਵੰਡ ਦੇਈਏ। ਆਪਾਂ ਵੀ ਮੁੱਠੀ ਮੁੱਠੀ ਚੱਬ ਕੇ ਸਬਰ ਸੰਤੋਖ ਨਾਲ ਰਾਤ ਕੱਟ ਲਈਏ। ਸਵੇਰ ਜੋ ਹੋਏਗੀ ਦੇਖੀ ਜਾਏਗੀ। ਅਜਾਮਲ ਨੇ ਕਿਹਾ, ਗੱਲ ਠੀਕ ਹੈ, ਐਸਾ ਕਰੋ। ਪਤੀ ਪਤਨੀ ਨੇ ਭੁੱਜੇ ਹੋਏ ਦਾਣੇ ਤੇ ਗੁੜ ਸਾਧੂਆਂ ਨੂੰ ਦੇ ਦਿੱਤਾ। ਬੇਨਤੀ ਕੀਤੀ, ਮਹਾਰਾਜ, ਅਸਾਂ ਕੋਲ ਇਹੋ ਹੈ। ਅਸੀਂ ਗਰੀਬ ਹਾਂ, ਪਾਪੀ ਹਾਂ, ਕਿਰਪਾ ਕਰੋ, ਦਇਆ ਕਰੋ। ਮਹਾਰਾਜ, ਸਾਡੇ ਬਦਲੇ ਭਗਵਾਨ ਅੱਗੇ ਅਰਦਾਸ ਕਰੋ। ਭਗਵਾਨ ਰੂਪ ਸਾਧੂ ਨੇ ਬਚਨ ਕੀਤਾ, ਹੇ ਅਜਾਮਲ, ਤ੍ਰੈਕਾਲ ਦ੍ਰਿਸ਼ਟੀ ਨਾਲ ਅਸੀਂ ਸਭ ਜਾਣ ਗਏ। ਆਪ ਬ੍ਰਾਹਮਣ ਦੇ ਪੁੱਤਰ ਸੀ। ਵਾਸ਼ਨਾ ਦੀ ਆਗਨੀ ਨੇ ਆਪ ਦੀ ਅਕਲ ਸਭ ਭਸਮ ਕਰ ਦਿੱਤੀ। ਠੀਕ ਹੈ, ਪਰ ਛੇਤੀ ਹੀ ਤੁਸਾਂ ਦਾ ਕਲਿਆਣ ਹੋਵੇਗਾ। ਜੋ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖਿਆ ਹੈ, ਇਹ ਭਗਵਾਨ ਦੀ ਪ੍ਰੇਰਣਾ ਹੈ। ਇਸ ਨਾਲ ਪਿਆਰ ਕਰੋ। ਨਾਰਾਇਣ 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 ਪੁਕਾਰੋ। ਇੱਕ ਦਿਨ ਜ਼ਰੂਰ ਨਾਰਾਇਣ ਤੁਸਾਂ ਦੀ ਪੁਕਾਰ ਸੁਣ ਲਵੇਗਾ। ਸਾਧੂ ਬਚਨ ਕਰਕੇ ਸਵੇਰੇ ਚੱਲਦੇ ਬਣੇ। ਅਜਾਮਲ ਨੇ ਆਪਣੇ ਪੁੱਤਰ ਨੂੰ ਚੁੱਕ ਲਿਆ ਤੇ ਉਸ ਨਾਲ ਪਿਆਰ ਕਰਦਾ ਹੋਇਆ ਆਖਣ ਲੱਗਾ, ਪੁੱਤਰ ਨਾਰਾਇਣ, ਆ ਬੇਟਾ ਨਾਰਾਇਣ, ਰੋਟੀ ਖਾਓ, ਨਾਰਾਇਣ ਦੁੱਧ ਪੀਓ। ਐਸੀਆਂ ਬਾਤਾਂ ਕਰਨ ਲੱਗਾ। ਉਸਦੀਆਂ ਬਾਤਾਂ ਉਸਦੇ ਮਨ ਨੂੰ ਸ਼ਾਂਤੀਆਂ ਦੇਣ ਲੱਗੀਆਂ। ਕੁਝ ਐਸੀ ਪ੍ਰਭੂ ਦੀ ਲੀਲਾ ਹੋਈ, ਉਹ ਜਿਹੜਾ ਵੀ ਸ਼ਿਕਾਰ ਮਾਰ ਕੇ ਲਿਆਉਂਦਾ ਉਹ ਵਿਕ ਜਾਂਦਾ। ਉਸਨੂੰ ਪੈਸੇ ਮਿਲਣ ਲੱਗੇ ਤਾਂ ਅੰਨ ਖਾਣ ਨੂੰ ਮਿਲਣ ਲੱਗਾ। ਉਸਦੇ ਦਿਨ ਚੰਗੇ ਬੀਤਣ ਲੱਗੇ। ਉਹ ਝੁੱਗੀ ਵਿੱਚ ਰਹਿੰਦਾ ਹੋਇਆ ਵੀ ਸੁੱਖ ਮਾਣ ਰਿਹਾ ਸੀ।
ਕਾਲ ਮਹਾਂਬਲੀ ਹੈ, ਕਾਲ ਦੀ ਮਾਰ ਤੋਂ ਕੋਈ ਨਹੀਂ ਬਚਦਾ। ਜੋ ਦਿਸਦਾ ਹੈ ਸਭ ਚੱਲਣਹਾਰ ਹੈ। ਸਭ ਦੇ ਕਾਰਜ ਅਧੂਰੇ ਹੀ ਰਹਿ ਜਾਂਦੇ ਹਨ ਜਦੋਂ ਕਾਲ ਆਉਂਦਾ ਹੈ। ਕਾਲ ਦਾ ਭਾਰੀ ਹੱਥ ਹਰ ਇੱਕ ਦੇ ਸਿਰ ਉੱਪਰ ਰੱਖਿਆ ਜਾਂਦਾ ਹੈ। ਅਜਾਮਲ ਦਾ ਅੰਤ ਕਾਲ ਆ ਗਿਆ। ਉਹ ਬਿਮਾਰ ਪੈ ਗਿਆ ਅਤੇ ਬਿਮਾਰੀ ਵੀ ਉਸਨੂੰ ਕਸ਼ਟ ਦੇਣ ਵਾਲੀ ਸੀ। ਇੱਕ ਦਿਨ ਅਜਿਹਾ ਆਇਆ ਜਦੋਂ ਅੱਖਾਂ ਮੀਟੀਆਂ ਜਾਣੀਆਂ ਸੀ। ਜਮਦੂਤ ਖਲੋਤੇ ਨਜ਼ਰ ਆਉਣ ਲੱਗੇ। ਨਰਕਾਂ ਦੀ ਅੱਗ ਬਲਦੀ ਦਿਸਣ ਲੱਗੀ। ਉਹ ਭਿਆਨਕ ਰੂਪ ਵਿੱਚ ਸੀ। ਉਸਦੀ ਦਸ਼ਾ ਡਰਾਉਣੀ ਸੀ। ਨਰਕਾਂ ਦੀ ਝਾਕੀ ਦੇਖ ਅੰਤ ਕਾਲ ਨੇੜੇ ਆਇਆ ਜਾਣ ਕੇ ਉਸਨੇ ਉੱਚੀ ਉੱਚੀ ਪੁਕਾਰਿਆ, ਨਾਰਾਇਣ ਆ ਨਾਰਾਇਣ ਆ। ਅਜਾਮਲ ਪਾਪੀ ਨੇ ਆਵਾਜ਼ ਤਾਂ ਆਪਣੇ ਪੁੱਤਰ ਨੂੰ ਦਿੱਤੀ, ਪਰ ਪੁੱਤਰ ਸ਼ਬਦ ਨਾ ਵਰਤਿਆ। ਸੱਚ ਹੀ ਉਸਦੀ ਕਲਿਆਣ ਹੋ ਗਈ। ਜਿਉਂ ਹੀ ਉਸਨੇ ਨਾਰਾਇਣ ਕਿਹਾ, ਤਿਉਂ ਹੀ ਧਰਮਰਾਜ ਤੇ ਜਮਦੂਤ ਪਾਸੇ ਹਟ ਗਏ। ਰੋਸ਼ਨੀ ਹੋਈ, ਨਰਸਿੰਘੇ ਸ਼ੰਖ ਵੱਜੇ। ਉੱਧਰੋਂ ਅਜਾਮਲ ਦੀ ਰੂਹ ਸਵਰਗਾਂ ਨੂੰ ਚਲੀ ਗਈ। ਨਾਰਾਇਣ ਕਹਿਣ ਨਾਲ ਪਾਪੀ ਤਰ ਗਿਆ। ਇਸ ਪ੍ਰਥਾਏ ਚੌਥੀ ਪਾਤਸ਼ਾਹੀ ਦਾ ਬਚਨ ਹੈ, ਅਜਾਮਲ ਪ੍ਰੀਤ ਪੁੱਤਰ ਕੀਨੀ ਕਰ ਨਾਰਾਇਣ ਬੁਲਾਰੇ। ਮੇਰੇ ਠਾਕੁਰ ਕੇ ਮਨ ਭਾਏ ਭਾਵਨੀ ਜਮ ਕੰਕਰ ਮਾਰ ਵਿਦਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।